ਦੀ ਸੰਪੂਰਨਤਾ ਪੌੜੀ ਦੇ ਰੂਪ ਦੇ ਵਿੱਚ ਜਿੱਥੇ ਮਾਲਕ ਜੀ ਨੇ ਇਹ ਜ਼ਿਕਰ ਕੀਤਾ ਕਿ ਭਾਈ ਤੂੰ ਅਕਾਲ ਪੁਰਖ ਪਰਮਾਤਮਾ ਨੂੰ ਛੱਡ ਕੇ ਉਹਦੇ ਸ਼ੁਕਰਾਨੇ ਤੋਂ ਬਗੈਰ ਕਿਤੇ ਹੋਰ ਢੰਗ ਦੇ ਨਾਲ ਜੀਵਨ ਨੂੰ ਬਤੀਤ ਕਰਦਾ ਹੈ ਤੇ ਤੇਰਾ ਜੀਵਨ ਬੜਾ ਨੀਵਾ ਹੈ। ਇਸ ਤੋਂ ਚੰਗਾ ਇਹ ਹੋਵੇ ਕਿ ਤੂੰ ਉਹਨਾਂ ਜਨਾਂ ਦੇ ਵਿੱਚ ਆ ਕੇ ਜੁੜੇ ਤਿੰਨ ਮੰਗਾ ਜੇ ਤੁਝੇ ਧਿਆਏ ਦੇ ਜਿਹੜੇ ਉਸ ਪਰਮਾਤਮਾ ਦੀ ਆਰਾਧਨਾ ਕਰਦੇ ਨੇ, ਉਹਨਾਂ ਦੀ ਸੰਗਤ ਪਰਮਾਤਮਾ ਤੋਂ ਮੰਗ। ਅੱਜ ਗੁਰੂ ਸਾਹਿਬ ਜੀ ਆਸਾ ਜੀ ਦੀ ਵਾਰ ਦੇ ਵਿੱਚ ਜੋ ਪਾਵਨ ਬਾਣੀ ਬਖਸ਼ਿਸ਼ ਕੀਤੀ ਹੋਈ ਹੈ, 10ਵੇਂ ਛੰਦ ਦੀ ਆਰੰਭਤਾ ਕਰ ਰਹੇ ਨੇ। ਸੱਚ ਸਾਹੋ ਹਮਾਰਾ ਤੂੰ ਧਣੀ, ਸਭ ਜਗਤ ਵਣਜਾਰਾ ਰਾਮ ਰਾਜੇ। ਇਹਦੇ ਅਰਥ ਨੇ ਕਿ ਅਕਾਲ ਪੁਰਖ ਪਰਮਾਤਮਾ ਸੱਚਾ ਸਿਰੇ ਦਾ ਸਾਹ ਹੈ, ਭਾਵ ਉਸ ਤੋਂ ਵੱਡਾ ਕੋਈ ਸਾਹ ਨਹੀਂ। ਤੂੰ ਧਣੀ, ਉਹ ਸਾਰਿਆਂ ਤੋਂ ਧਨਾੜ ਹੈ, ਉਹਦੇ ਵਰਗਾ ਨਹੀਂ ਕੋਈ ਹੋ ਸਕਦਾ। ਤੇ ਫਿਰ ਬਖਸ਼ਿਸ਼ ਕੀਤੀ ਹੈ ਸਭ ਜਗਤ ਵਣਜਾਰਾ ਰਾਮ ਰਾਜੇ। ਇਹ ਸਮੁੱਚਾ ਜਗਤ ਸੰਸਾਰ ਪਰਮਾਤਮਾ ਰੱਬ ਜੀ ਦੇ ਨਾਮ ਧਰਮ ਦੀ ਕਿਰਤ ਕਮਾਈ ਦੀ ਗੱਲ ਆਵੇ ਤੇ ਸਾਰਾ ਸੰਸਾਰ ਪਰਮਾਤਮਾ ਜੀ ਰੱਬ ਜੀ ਦੇ ਨਾਮ ਦੀ ਧਰਮ ਦੀ ਵਣਜ ਕਰਦਾ ਹੈ। ਕੋਈ ਵੀ ਜੀ, ਭਾਵੇਂ ਕੋਈ ਹਿੰਦੂ ਹੈ, ਮੁਸਲਮਾਨ ਹੈ, ਜੈਨੀ, ਬੋਧੀ, ਸਿੱਖ, ਈਸਾਈ, ਜਿੰਨੇ ਕੁ ਵੀ ਬਣਤਰ ਬਣੀ ਹੈ, ਜਿਨ੍ਹਾਂ ਨੂੰ ਲੋਕਾਂ ਨੇ ਵੰਡ ਲਿਆ, ਗੁਰੂ ਸਾਹਿਬ ਜੀ ਸਮਝਾਵਨਾ ਕਰ ਰਹੇ ਨੇ ਕਿ ਪਰਮਾਤਮਾ ਰੱਬ ਜੀਓ ਤੂੰ ਸਿਰੇ ਦਾ ਸਾਹ ਹੈ ਤੇ ਸਾਰੇ ਸੰਸਾਰ ਦੇ ਜੀ ਤੇਰੇ ਨਾਮ ਦੀ ਵਣਜ ਕਰਕੇ ਆਪਣੀ ਜ਼ਿੰਦਗੀ ਅੰਦਰ ਧਰਮ ਦੀ ਕਮਾਈ ਕਰ ਰਹੇ ਨੇ। ਸੱਚ ਸਾਹ, ਸਿਰੇ ਦਾ ਸੱਚਾ ਸਾਹ ਪਰਮਾਤਮਾ ਜੀ ਤੂੰ ਧਣੀ, ਸਾਰਿਆਂ ਤੋਂ ਤੂੰ ਧਨਾੜ ਹੈ। ਤੇ ਫਿਰ ਮਾਲਕ ਜੀ ਨੇ ਕਿਹਾ ਸਭ ਜਗਤ, ਇਹ ਸਮੁੱਚਾ ਜਗਤ ਸੰਸਾਰ ਵਣਜਾਰਾ ਰਾਮ ਰਾਜੇ ਪਰਮਾਤਮਾ ਜੀ ਆਪ ਜੀ ਦੇ ਨਾਮ ਦੀ ਧਰਮ ਦੇ ਖੇਤਰ ਦੇ ਵਿੱਚ ਵਣਜ ਕਰ ਰਿਹਾ ਹੈ, ਜਿਹਦੇ ਕਿਰਪਾ ਸਦਕਾ ਧਰਮ ਖੜਿਆ ਹੋਇਆ ਹੈ। ਇਹ ਸਮੁੱਚਾ ਜਗਤ, ਇੱਕ ਵੀ ਕੋਈ ਜੀ ਇਹੋ ਜਿਹਾ ਨਹੀਂ ਜਿਹੜਾ ਕਦੇ ਪਰਮਾਤਮਾ ਦੇ ਨਾਮ ਨੂੰ ਜ਼ਿੰਦਗੀ ਅੰਦਰ ਨਾ ਲੈਂਦਾ ਹੋਵੇ। ਇਹ ਵੱਖਰੀ ਗੱਲ ਹੈ ਕਿ ਕਈ ਵਾਰੀ ਮਨੁੱਖ ਦੀ ਬਿਰਤੀ ਇਹੋ ਜਿਹੀ ਬਣ ਜਾਂਦੀ ਹੈ, ਨਾਲ ਨਾਲ ਪਰਮਾਤਮਾ ਦਾ ਨਾਮ ਲਈ ਜਾਂਦਾ ਹੈ, ਨਾਲ ਨਾਲ ਲਾਂਭੇ ਮਾਰੀ ਜਾਂਦਾ ਹੈ, ਨਾਲ ਇਹ ਵੀ ਕਹਿੰਦੇ ਕਿ ਪਰਮਾਤਮਾ ਨੇ ਮੈਨੂੰ ਸੰਸਾਰ ਦੇ ਵਿੱਚ ਭੇਜਿਆ, ਨਾਲ ਇਹ ਵੀ ਕਹਿੰਦੇ ਮੈਨੂੰ ਦਿੱਤਾ ਕੀ ਹੈ ਪਰਮਾਤਮਾ ਨੇ। ਸਾਡੇ ਕਹਿੰਦੇ ਨੇ ਵੀ ਸੰਸਾਰ ਦੇ ਵਿੱਚ 84 ਦੇ ਗੇੜ ਦੇ ਵਿੱਚੋਂ ਕੱਢ ਕੇ ਭੇਜਤਾ, ਹੋਰ ਇਸ ਤੋਂ ਵੱਡੀ ਕਿਹੜੀ ਗੱਲ ਹੈ। ਪਰਮਾਤਮਾ ਰੱਬ ਜੀ ਨੂੰ ਮੰਨਣ ਦੀ ਜਿਹਦੇ ਅੰਦਰ ਭਾਵਨਾ ਬਣ ਗਈ ਨਾ, ਉਹ ਕਦੇ ਵੀ ਪਰਮਾਤਮਾ ਜੀ ਦੇ ਨਾਮ ਤੋਂ ਦੂਰ ਨਹੀਂ ਜਾਂਦਾ। ਦੂਰ ਭੱਜਦਾ ਹੀ ਉਹ ਹੈ ਜਿਹੜਾ ਜੀਵ ਪਰਮਾਤਮਾ ਜੀ ਦੇ ਨਾਮ ਦੇ ਦਰ ਤੇ ਜਾਂ ਨਾਮ ਦੀ ਜਦੋਂ ਗੱਲ ਆਏ ਉਦੋਂ ਕਿੰਤੂ ਪਰੰਤੂ ਕਰਦਾ ਹੈ। ਜਿਹਨੇ ਕਦੇ ਪਛਾਣਨ ਦਾ ਯਤਨ ਨਹੀਂ ਕੀਤਾ, ਉਹਦੀ ਜ਼ਿੰਦਗੀ ਅੰਦਰ ਉਹਦੀ ਜੀਵਨ ਦੀਆਂ ਘੜੀਆਂ ਨਾ ਸੁਖਰੀ ਬਤੀਤ ਹੁੰਦੀਆਂ ਨੇ। ਜਦ ਕਿ ਗੁਰਬਾਣੀ ਕਹਿੰਦੀ ਹੈ ਤੇਰਾ ਸੁਭਾਅ ਹੋਣਾ ਚਾਹੀਦਾ ਹੈ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੈ। ਤੇਰਾ ਸੁਭਾਅ ਹੋਣਾ ਚਾਹੀਦਾ ਹੈ ਜੋ ਪ੍ਰਮਾਤਮਾ ਰੱਬ ਜੀ ਨਿਮਕ ਤੁਮ ਹੀ ਪ੍ਰਤਪਾਲੋ, ਸਾਡੀ ਪਾਲਣਾ ਕਰਦਾ ਹੈ। ਹਮ ਬਾਰਿਕ ਤੁਮਰੇ ਧਾਰੇ, ਅਸੀਂ ਉਹਦੇ ਬੱਚੇ ਬਣ ਕੇ ਆਪਣੇ ਜੀਵਨ ਨੂੰ ਬਤੀਤ ਕਰੀਏ। ਕਿਉਂਕਿ ਜਿਨ੍ਹਾਂ ਨੂੰ ਗੱਲ ਸਮਝ ਆ ਜਾਂਦੀ ਉਹ ਕਹਿ ਦਿੰਦੇ ਨੇ ਜੀਵਾ ਏਕ ਕਵਨ ਗੁਣ ਗਈ ਹੈ। ਪਰਮਾਤਮਾ ਮੇਰੀ ਜੀਵਾ ਬੋਲਣ ਦੀ ਸ਼ਕਤੀ ਇੱਕ ਹੈ ਤੇ ਤੇਰੇ ਪਤਾ ਨਹੀਂ ਹਜ਼ਾਰਾਂ ਲੱਖਾਂ ਮੇਰੇ ਤੇ ਪਰਉਪਕਾਰ ਨੇ। ਸੰਸਾਰ ਦੇ ਵਿੱਚ ਭੇਜਿਆ, ਕਈ ਤਰ੍ਹਾਂ ਦੀ ਵਿਪਤਾ ਤੋਂ ਬਚਾ ਲਿਆ। ਬਹੁਤੇ ਬੱਚੇ ਸੰਸਾਰ ਦੇ ਵਿੱਚ ਪੈਦਾ ਹੁੰਦੇ ਨੇ ਜਿਨ੍ਹਾਂ ਦੇ ਸਰੀਰ ਦੇ ਵਿੱਚ ਘਾਟ ਹੁੰਦੀ ਹੈ। ਪਰਮਾਤਮਾ ਦੇਖੋ ਕਿਵੇਂ ਕਿਵੇਂ ਬਚਾ ਕੇ ਲਿਆਉਂਦਾ ਹੈ। ਕਹਿੰਦੇ ਜਿਨ੍ਹਾਂ ਨੂੰ ਤਾਂ ਗੱਲ ਸਮਝ ਆ ਗਈ ਉਹ ਤਾਂ ਕਹਿੰਦੇ ਨੇ ਪਰਮਾਤਮਾ ਤੇਰੇ ਇੰਨੇ ਉਪਕਾਰ ਪਰਉਪਕਾਰ ਨੇ ਜਿਨ੍ਹਾਂ ਨੂੰ ਮੈਂ ਕਦੇ ਬਿਆਨ ਨਹੀਂ ਕਰ ਸਕਦਾ। ਇੱਕ ਰਸਨਾ ਦੇ ਰਾਹੀਂ ਤੇਰੇ ਇੰਨੇ ਮੇਰੇ ਤੇ ਤਰਸ ਨੇ। ਜੀਵਾ ਏਕ ਕਵਨ ਗੁਣ ਕਹੀ ਹੈ ਬੇਸ਼ੁਮਾਰ ਬੇਅੰਤ ਸੁਆਮੀ ਪਰਮਾਤਮਾ ਤੂੰ ਬੇਸ਼ੁਮਾਰ ਹੈ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਤੇਰੋ ਅੰਤ ਨਾ ਕਿ ਨਹੀਂ ਲਈ ਹੈ।
ਇਹ ਹੈ ਪ੍ਰਮਾਤਮਾ ਜੀ ਦੀ ਵਡਿਆਈ। ਤੇ ਤੂੰ ਯਤਨ ਇਦਾਂ ਕਰਿਆ ਕਰ। ਹੁਣ ਜਿਨ੍ਹਾਂ ਨੇ ਤਾਂ ਨਾਮ ਧਿਆ ਲਿਆ, ਸਾਂਝ ਬਣ ਗਈ, ਉਹ ਤਾਂ ਉਸਤਤ ਦੇ ਵਿੱਚ ਜੁੜ ਜਾਂਦੇ ਨੇ। ਤੇ ਜਿਨ੍ਹਾਂ ਦੀ ਸਾਂਝ ਅੰਦਰ ਦੀ ਅਜੇ ਨਹੀਂ ਬਣੀ, ਉਹ ਭਰਮਾਂ ਦੇ ਵਿੱਚ ਪੈ ਕੇ ਗੱਲ ਕਰਦੇ ਨੇ, ਭਰਮ ਦੀ ਗੱਲ ਕਰਦੇ ਨੇ, ਅਧੂਰੀ ਗੱਲ ਕਰਦੇ ਨੇ, ਕਿਉਂਕਿ ਉਹਨਾਂ ਨੂੰ ਸੱਚ ਸਮਝ ਹੀ ਨਹੀਂ ਆਇਆ। ਤੇ ਜਦ ਤੱਕ ਸੱਚ ਸਮਝ ਆਉਂਦਾ ਹੈ ਫਿਰ ਬਹੁਤੀ ਦੇਰ ਹੋ ਜਾਂਦੀ ਹੈ। ਇਸ ਕਰਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਆਰੰਭਕ ਪੰਕਤੀ ਲਈ ਤੇ ਇਹਦੇ ਵਿੱਚ ਜ਼ਿਕਰ ਕੀਤਾ ਹੈ, ਜੇ ਆਪ ਸਮਝ ਨਾ ਆਵੇ ਤਾਂ ਭਾਈ ਤੂੰ ਜਦੋਂ ਇਹ ਮੁਬਾਰਕ ਪਾਵਨ ਬਾਣੀ ਨੂੰ ਪੜ੍ਹਦਾ ਹੈ, ਜਿਸ ਨੂੰ ਆਸਾ ਜੀ ਦੀ ਵਾਰ ਪੰਥ ਦੇ ਵਿਦਵਾਨਾਂ ਨੇ ਸਿਰਲੇਖ ਦਿੱਤਾ ਹੈ। ਮੈਂ ਪਹਿਲਾਂ ਬੇਨਤੀ ਕੀਤੀ, ਬਾਰ-ਬਾਰ ਕਰਦਾ, ਕਿਉਂਕਿ ਆਪ ਜੀ ਬਾਣੀ ਪੜ੍ਹਦੇ ਹੋ ਤੇ ਨੌਲੇਜ ਦੇ ਵਿੱਚ ਰਹਿਣਾ ਚਾਹੀਦਾ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਠ ਕਰਦੇ ਹਾਂ ਨਾ, ਤੇ ਇਹ ਛੰਦ ਅਲੱਗ ਆਉਂਦੇ ਨੇ, ਜਿਹੜਾ ਇਸ ਵੇਲੇ ਛੰਦ ਆਪਾਂ ਪੜ੍ਹ ਰਹੇ ਹਾਂ। ਇਸ ਤੋਂ ਬਾਅਦ ਜਿਹੜੇ ਸ਼ਲੋਕ ਨੇ ਉਹ ਅਲੱਗ ਆਉਂਦੇ ਨੇ ਤੇ ਪੌੜੀ ਉਹਨਾਂ ਦੇ ਨਾਲ ਆਉਂਦੀ ਹੈ। ਇਹ ਅਲੱਗ-ਅਲੱਗ ਦਰਜ ਨੇ। ਇਹਨਾਂ ਨੂੰ ਬਾਅਦ ਦੇ ਵਿੱਚ ਇੱਕ ਗੁਟਕੇ ਦੇ ਵਿੱਚ ਇੱਕ ਪੋਥੀ ਬਣਾ ਕੇ ਜਿਹੜੀ ਆਪ ਜੀ ਪੜ੍ਹਦੇ ਹੋ, ਜਿੱਥੇ ਲਿਖਿਆ ਹੁੰਦਾ ਹੈ ਆਸਾ ਦੀ ਵਾਰ, ਕਈਆਂ ਤੇ ਆਸਾ ਕੀ ਵਾਰ, ਤੇ ਫਿਰ ਇੱਕ ਇਕੱਠੇ ਕੀਤੇ ਗਏ ਨੇ ਵੀ ਇਹਦਾ ਕੀਰਤਨ ਜਿਹੜਾ ਉਹ ਇਕੱਠਾ ਕੀਤਾ ਜਾਏ ਤੇ ਇਸ ਗੁਟਕੇ ਦੇ ਵਿੱਚ ਜਾਂ ਪੋਥੀ ਦੇ ਵਿੱਚ ਇਹਨਾਂ ਨੂੰ ਇਕੱਠਾ ਪੜ੍ਹਿਆ ਜਾ ਸਕੇ। ਪਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੱਖੋ ਵੱਖਰੇ ਦਰਜ ਨੇ, ਛੰਦ ਤੇ ਸ਼ਲੋਕ, ਪੌੜੀ। ਤੇ ਗੁਰੂ ਸਾਹਿਬ ਜੀ ਨੇ ਅੱਜ ਕਿਹਾ, ਕਿੰਨੇ ਜਦ ਤੂੰ ਭਾਵਨਾ ਬਣਾ ਲਵੇ ਤੇ ਇਸ ਮੁਬਾਰਕ ਛੰਦ ਦੀ ਪਹਿਲੀ ਪੰਕਤੀ ਨੂੰ ਪੜ੍ਹ ਕੇ ਇਹ ਗੱਲ ਸਮਝ ਆ ਜਾਏ ਕਿ ਪਰਮਾਤਮਾ ਸਾਰਿਆਂ ਦੇ ਸਿਰੇ ਦਾ ਸਾਹ ਹੈ, ਉਸ ਤੋਂ ਵੱਡਾ ਕੋਈ ਹੋਰ ਨਹੀਂ। ਤੇ ਇਹ ਗੱਲ ਸਮਝ ਆ ਜਾਏ, ਸਾਰੇ ਉਸ ਪਰਮਾਤਮਾ ਜੀ ਦੇ ਨਾਮ ਦੀ ਦਾਤ ਮੰਗ ਕੇ ਉਹਦੇ ਨਾਮ ਦੀ ਧਰਮ ਦੀ ਖੇਤੀ ਵਿੱਚ ਵਣਜ ਕਰਦੇ ਨੇ ਤੇ ਪਰਮਾਤਮਾ ਦੇ ਰਮੇ ਹੋਏ ਸਤਿਗੁਰ ਜੀ ਦੇ ਨਾਮ ਦੇ ਨਾਲ ਜੁੜਦੇ ਨੇ। ਸਭ ਭਾਂਡਾ ਤੁਧੈ ਸਾਜਿਆ, ਕਹਿੰਦੇ ਹੌਲੀ ਹੌਲੀ ਫਿਰ ਇਹ ਸਮਝ ਵੀ ਆ ਜਾਂਦੀ ਹੈ। ਭਾਂਡੇ ਦਾ ਭਾਵ ਹੈ ਸਮੁੱਚੇ ਸਰੀਰ, ਜਿੰਨੇ ਕੁ ਵੀ ਸੰਸਾਰ ਦੇ ਵਿੱਚ ਬਣੇ ਨੇ, ਕਿਉਂਕਿ ਅਸੀਂ ਪੜ੍ਹਦੇ ਹਾਂ ਸਭ ਮੈਂ ਜੋਤ ਜੋਤ ਹੈ ਸੋਏ, ਸਾਰਿਆਂ ਦੇ ਵਿੱਚ ਪਰਮਾਤਮਾ ਜੀ ਦੀ ਜੋਤ ਟਿਕੀ ਹੋਈ ਹੈ। ਤੇ ਇੱਥੇ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ, ਸਭ ਭਾਂਡੇ, ਸਾਰੇ ਸਰੀਰ ਜਿੰਨੇ ਕੁ ਵੀ ਸੰਸਾਰ ਦੇ ਵਿੱਚ ਬਣੇ ਨੇ, ਪਰਮਾਤਮਾ ਜੀ ਤੇਰੀ ਕਿਰਪਾ ਸਦਕਾ ਸਭ ਭਾਂਡੇ ਤੁਧੈ ਸਾਜਿਆ, ਸਭ ਨੂੰ ਬਣਾਉਣ ਵਾਲਾ ਤੂੰ ਹੈ, ਸਾਰਿਆਂ ਤੇ ਤੂੰ ਕਿਰਪਾ ਕਰਦਾ ਹੈ। ਵਿੱਚ ਵਸਤ ਹਰ ਥਾਰਾ, ਤੇ ਪਰਮਾਤਮਾ ਜੀ ਸਾਰਿਆਂ ਦੇ ਵਿੱਚ ਤੇਰੀ ਜੋਤ ਟਿਕੀ ਹੋਈ ਹੈ। ਤੇਰੇ ਤੋਂ ਬਗੈਰ ਕੋਈ ਹੋਰ ਜੋਤ ਕਿਸੇ ਵਿੱਚ ਕੰਮ ਨਹੀਂ ਕਰਦੀ। ਹਾਂ, ਕਈਆਂ ਨੇ ਜਿਹੜੇ ਨਾ ਸ਼ੁਕਰੇ ਹੋ ਗਏ, ਉਹ ਭੁਲੇਖੇ ਦੇ ਵਿੱਚ ਤਾਂ ਪੈ ਜਾਂਦੇ ਨੇ, ਪਰ ਤੇਰੀ ਹੋਂਦ ਤੋਂ ਬਗੈਰ ਕੁਝ ਵੀ ਨਹੀਂ ਹੈ। ਇੱਕ ਇੱਕ ਸੰਸਾਰ ਦੀ ਬਣਤਰ, ਇੱਕ ਇੱਕ ਪਸ਼ੂ ਤੇ ਪੰਛੀ, ਇੱਕ ਇੱਕ ਕੀੜਾ, ਇਹ ਸੰਸਾਰ ਦੇ ਵਿੱਚ ਜਿਹੜਾ ਕੁਝ ਵੀ ਬਣਿਆ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਹਾ ਤੇਰੇ ਤੋਂ ਬਗੈਰ ਨਹੀਂ ਹੈ, ਸਾਰਿਆਂ ਦੇ ਵਿੱਚ ਜੋਤ ਹੈ। ਪਰ ਕਮਾਲ ਦੀ ਗੱਲ ਇਹ ਹੈ, ਤਿਸ ਦਾ ਚਾਨਣ, ਜਿਨ੍ਹਾਂ ਨੂੰ ਪਰਮਾਤਮਾ ਇਹ ਚਾਨਣ ਦਿੰਦਾ ਹੈ, ਗਿਆਨ ਦਿੰਦਾ ਹੈ, ਸਭ ਮੈਂ ਚਾਨਣ ਹੋਏ, ਉਹਨਾਂ ਨੂੰ ਇਹ ਗੱਲ ਸਮਝ ਆਉਂਦੀ ਹੈ ਕਿ ਸਾਰਿਆਂ ਦੇ ਵਿੱਚ ਪਰਮਾਤਮਾ ਜੀ ਦੀ ਜੋਤ ਦਾ ਪ੍ਰਕਾਸ਼ ਹੈ, ਉਸ ਤੋਂ ਬਗੈਰ ਕੋਈ ਵੀ ਨਹੀਂ। ਤੇ ਬਾਕੀ ਅਣਜਾਣ ਕਿਸੇ ਜੀ ਨੂੰ ਕਹਿ ਦਿਓ ਨਾ ਤੁਸੀਂ, ਉਹਨੇ 36 ਸਵਾਲ ਖੜੇ ਕਰ ਦੇਣੇ ਨੇ ਕਿ ਮੈਂ ਕਿਉਂ ਮੰਨਾਂ ਮੇਰੇ ਅੰਦਰ ਰੱਬ ਹੈ, ਮੈਂ ਕਿਵੇਂ ਮੰਨਾਂ ਕਿ ਸਾਰਿਆਂ ਦੇ ਵਿੱਚ ਰੱਬ ਹੈ। ਬੰਦੇ ਤਾਂ ਬੁਰਾ ਕਾਰਜ ਵੀ ਕਰਦੇ ਨੇ, ਇਸ ਧਰਤੀ ਦੇ ਵਿੱਚ ਹੀ ਨੇ ਸਾਰੇ, ਇਹੋ ਜਿਹੇ ਵੀ ਨੇ ਜਿਹੜੇ ਪਾਪ ਕਮਾਉਣਾ ਮਾੜਾ ਕਰਮ ਹੁੰਦਾ ਹੈ, ਪਾਪੀ ਕੋ ਪਿਆਰਾ, ਪਰ ਉਹ ਵੀ ਸੰਸਾਰ ਦੇ ਵਿੱਚ ਹੀ ਵਰਤ ਰਿਹਾ ਹੈ। ਔਰ ਜਿਹੜਾ ਪਾਪ ਕਰਦਾ ਹੈ ਉਸ ਨੂੰ ਉਹ ਪਾਪ ਕਰਨਾ ਪਿਆਰਾ ਲੱਗਦਾ ਹੈ, ਉਹਦਾ ਉਹ ਕਾਰਜ ਬਣਿਆ ਹੋਇਆ ਹੈ। ਤੇ ਸੁਭਾਵਕ ਹੈ, ਜਿਹੜਾ ਅਣਜਾਣ ਹੋਵੇਗਾ ਉਹਨੇ ਕਹਿ ਦੇਣਾ ਵੀ ਪਾਪੀ ਬੰਦੇ ਦੇ ਅੰਦਰ ਕਿਵੇਂ ਕਹਿ ਦਾਂਗੇ ਅਸੀਂ ਰੱਬ ਹੈ। ਪਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਹਾ ਸਾਰਿਆਂ ਦੇ ਵਿੱਚ ਜੋਤ ਹੈ। ਜਿਨ੍ਹਾਂ ਨੂੰ ਰੱਬੀ ਗਿਆਨ ਮਿਲਦਾ ਹੈ ਉਹਨਾਂ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਪਰਮਾਤਮਾ ਤੋਂ ਬਗੈਰ ਨਾ ਕੋਈ ਚੰਗਾ ਹੈ ਨਾ ਕੋਈ ਮਾੜਾ ਹੈ, ਭਾਵੇਂ ਕੋਈ ਮਾੜਾ ਹੈ ਤੇ ਭਾਵੇਂ ਕੋਈ ਚੰਗਾ ਹੈ, ਉਹਨਾਂ ਸਾਰਿਆਂ ਦੇ ਵਿੱਚ ਪਰਮਾਤਮਾ ਜੀ ਦੀ ਜੋਤ ਹੈ। ਇਸੇ ਕਰਕੇ ਤਾਂ ਕਰਮੀ ਆਪੋ ਆਪਣੀ ਵਾਲੀ ਗੱਲ ਬਣਦੀ ਹੈ, ਕਿਉਂਕਿ ਉਹ ਜੋਤ ਨਾਲ ਵਰਤ ਕੇ ਵੇਖਦੀ ਰਹਿੰਦੀ ਹੈ। ਉਹ ਜੋਤ ਜੋ ਪਰਮਾਤਮਾ ਜੀ ਦੀ ਜੀਵ ਦੇ ਅੰਦਰ ਟਿਕੀ ਹੈ, ਉਸ ਨੂੰ ਚੰਗੇ ਤੇ ਮਾੜੇ ਕਰਮਾਂ ਦਾ ਲੇਖਾ ਜੋਖਾ ਮਿਲਦਾ ਰਹਿੰਦਾ ਹੈ।
इसी करके गुरु साहिब जी ने जिक्र किया है कि जद तू सच गल नूं समझ के परमात्मा रब जी की इस होंद नूं समझ लेगा कि सारे भांडे बनाउण वाला वो है, विच वसत हर थारा, ते सारियां दे विच वसदा भी वो परमात्मा है। उस तो बगैर कोई होर इस शरीर नूं, इन्हां अखां दे प्रकाश नूं, इस शरीर की बल शक्ति नूं नहीं दे सकदा। ये देण वाला सब रब है। ते मैं की करना है जी, जे सारियां दातां देण वाला ही मैनूं मिल जाए तो फिर सुभावक बंदा नीव जाता है। मैं कहना बंदे नूं पता लग जाए ना भी फलाने बंदे ने औखे समय तेरी मदद की सी, वो बंदा सजदा करता है। पता लग जाए भी फलाना बंदा है औखा समा सी, औखे समय दे विच इन्हें प्रसादा ही छकाया सी, बंदा हथ जोड़ लैंदा है। क्योंकि जदों बंदा भुखा मर रहा होवे, कोई प्रसादा लिया के छका देवे तो सुभावक ही उहदा शुकराना कर। इत्थे मालिक जी ने कहा कि परमात्मा रब जी सब कुछ देने वाले ने, अखां दा प्रकाश, हत्थां पैरां दी बल शक्ति, एक एक बनतर दे विच टिके हुए ने। ते जद मनुख नूं ये पता लगदा है भला उदों हथ नहीं जुड़ना, फिर सुभावक जुड़ जाना है। पर असी उस अवस्था दे विच पहुँच जाइए, जे उस अवस्था दे विच पहुँच गए तो असी कह देवांगे परमात्मा तू ही बनाउण वाला है, तेरी बल शक्ति है, तू सिरे दा साह है। असी सारे तेरे नाम की वणज करन लई इस संसार दे विच आए हां, तेरे तो बगैर असी होर किसी नूं नहीं ध्यावना, क्योंकि साडा रब एक है। ये गुरु नानक देव पातशाह जी ने आरंभता दे विच जिक्र कीता सी। अजे निक बेनती प्रवान कर लैनी। ये 10वां छंद जिहदे विच गुरु साहिब जी ने 2 पंक्तियां अंदर ये जिक्र किया है, सारियां दा वड्डा पालनहार जे कोई है तो रब है। असी इस होंद दे नाल जुड़ना है। दूजा मैं इसनूं इस ढंग दे नाल समझना है कि वो सारियां नूं बनाउण वाला है और सारियां नूं बना के उन्हां दे विच वो ज्ञान रूपी, प्रकाश रूपी, जोत रूपी टिकिया होया है। उस तो बगैर कोई एक भी जी संसार दे विच नहीं वरतदा। ये गल गुरु साहिब जी ने अज दियां 2 पंक्तियां अंदर समझावना कीती है। बाकी दी विचार इस छंद दी अगलियां पंक्तियां अंदर समझण दा यतन करांगे। सारियां दा धन्नवाद, बेअंत भुल्लां दी खिमा। सारे ही जी बख्शो असीस, बुलाओ फतेह। वाहिगुरु जी का खालसा, वाहिगुरु जी की फतेह।